ਨਾਲ ਕਿਸਾਨ ਦਾ ਪੁੱਤ ਮਨੀ ਕਾਲੋ ਖੜਾ ਹੈ, ਜਿਹੜਾ ਗਾਇਕੀ 'ਚ ਵੀ ਪੈਰ ਰੱਖਦਾ ਹੈ ਤੇ ਦੂਸਰੀਆਂ ਜਿਹੜੀਆਂ ਚੀਜ਼ਾਂ ਦੇ ਲਈ ਵੀ ਅਵੇਅਰ ਰਹਿੰਦਾ ਹੈ। ਇਹ ਕਾਲੋ ਸਾਹਿਬ, ਪਹਿਲਾਂ ਤਾਂ ਸਵਾਲ ਹੀ ਇਹ ਬਣ ਜਾਂਦਾ ਵੀ ਜਿਹੜਾ ਪ੍ਰੋਟੈਸਟ ਲਗਾਤਾਰ ਕੀਤਾ ਜਾ ਰਿਹਾ ਹੈ, ਉਹ ਪ੍ਰੋਟੈਸਟਾਂ ਦੇ ਦੌਰਾਨ ਹੀ ਲੋਕ ਸਭਾ 'ਚ ਵੀ ਬਿੱਲ ਪਾਸ ਹੋਇਆ, ਉਹੀ ਪ੍ਰੋਟੈਸਟਾਂ ਦੇ ਦੌਰਾਨ ਹੀ ਰਾਜ ਸਭਾ ਦੇ ਵਿੱਚ ਵੀ ਪਾਸ ਹੋਇਆ। ਕੀ ਲੱਗਦਾ ਹਕੂਮਤ ਤੇ ਇਸ ਬੰਦ ਦਾ ਅਸਰ ਪਏਗਾ? ਜੀ, ਬੰਦ ਦਾ ਅਸਰ ਪਏਗਾ ਜਾਂ ਨਹੀਂ ਪਏਗਾ ਉਹ ਗੱਲ ਅਲੱਗ ਹੈ, ਪਰ ਜੇ ਸਾਡੇ ਉੱਤੇ ਤਸ਼ੱਦਦ ਕੀਤਾ ਜਾਏ, ਅਸੀਂ ਘਰ ਬਹਿ ਜਾਈਏ, ਤਾਂ ਉਹਨਾਂ ਨੇ ਤਾਂ ਇਹੀ ਕਹਿਣਾ ਇਹਨਾਂ ਦੇ ਤਾਂ ਸਿਰ ਤੇ ਕਹਿੰਦੇ ਨਾ ਜੂ ਵੀ ਨਹੀਂ ਸਿਰ ਕਰੀ। ਸੋ ਗੱਲ ਇਹ ਹੈ ਕਿ ਇਸ ਬੰਦ ਦਾ ਕਿੰਨਾ ਕੁ ਅਸਰ ਪਏਗਾ, ਕਿੰਨਾ ਕੁ ਨਹੀਂ ਪਏਗਾ, ਪਰ ਅਸੀਂ ਆਪ ਦਾ ਸ਼ਕਤੀ ਪ੍ਰਦਰਸ਼ਨ, ਆਪ ਦੀ ਤਾਕਤ ਅਸੀਂ ਜ਼ਰੂਰ ਦਿਖਾ ਰਹੇ ਹਾਂ ਸਾਡੀ ਸੈਂਟਰ ਸਰਕਾਰ ਨੂੰ ਕਿ ਸਾਡੇ ਨਾਲ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਹੈ, ਅਸੀਂ ਉਹਦੇ ਉੱਤੇ ਚੁੱਪ ਨਹੀਂ ਬੈਠਾਂਗੇ। ਪਰ ਦੂਜੇ ਪਾਸੇ ਸਿਰਫ ਕਿਸਾਨ ਦੀ ਇੱਕ ਮੰਗ ਹੈ MSP ਦੀ ਕਿ ਉਹਦੀ ਗਰੰਟੀ ਜਿਹੜੀ ਆ ਸਰਕਾਰ ਸਾਨੂੰ ਦੇ ਦੇਵੇ, ਪਰ ਕਿਸਾਨ ਦਾ ਰੋਸ ਹੈ ਵੀ ਉਹਦੀ ਗਰੰਟੀ ਸਾਨੂੰ ਲਿਖਤੀ ਚਾਹੀਦੀ ਹੈ, ਸਾਨੂੰ ਬੋਲੀ ਨਹੀਂ ਚਾਹੀਦੀ। ਤੇ ਦੂਜੇ ਪਾਸੇ ਖੇਤੀਬਾੜੀ ਮਿਨਿਸਟਰ ਇਹ ਗੱਲ ਕਹਿ ਰਹੇ ਨੇ ਵੀ ਕਿਸੇ ਵੀ ਹੱਦ ਤੱਕ ਇਹ ਬਿੱਲ ਵਾਪਸ ਨਹੀਂ ਹੋਣਾ। ਜੇ ਕਿਸੇ ਵੀ ਕਿਸਾਨ ਦੇ ਮਨ 'ਚ ਕੋਈ ਸ਼ੰਕਾ ਹੈਗੀ ਉਹ ਆ ਕੇ ਕਲੀਅਰ ਕਰ ਲਵੇ। ਜੀ, ਗੱਲ MSP ਦੀ ਕਿ ਸਾਨੂੰ ਲਿਖਤੀ 'ਚ ਦਿਓ। MSP ਸ਼ਾਇਦ ਤੁਸੀਂ 2 ਦਿਨ ਪਹਿਲਾਂ ਦੀ ਗੱਲ ਹੈ, MSP ਦੁਬਾਰਾ ਜਾਰੀ ਕਰ ਦਿੱਤੀ ਗਈ ਹੈ। MSP ਸੋਇੰਗ, ਯਾਨੀ ਕਿ ਸਾਡੀ ਸੋਇੰਗ ਤੋਂ ਪਹਿਲਾਂ MSP ਜਾਰੀ ਕੀਤੀ ਜਾਂਦੀ ਹੈ, ਦੁਬਾਰਾ ਕਰਤੀ ਗਈ ਹੈ। MSP ਜਾਰੀ ਕਿਉਂ ਕੀਤੀ ਗਈ? ਇੱਕ ਲੋਲੀਪੌਪ ਦਿੱਤਾ ਹੈ। ਕਿਵੇਂ ਦਿੱਤਾ ਹੈ ਕਿ ਇੱਕ ਕਿਸੇ ਨੂੰ ਨਾ ਕਹਿੰਦੇ ਜੇ ਕਿਸੇ ਨੂੰ ਕਿਸੇ ਖਾਈ 'ਚ ਸੁੱਟਣਾ ਹੋਏ ਨਾ, ਉਹਨੂੰ ਹੌਲੀ ਹੌਲੀ ਧਕੇਲ ਕੇ ਨੁੱਕਰ ਤੇ ਲੈ ਜਾਓ, ਨੁੱਕਰ ਤੇ ਮਾਰ ਦਿਓ ਧੱਕਾ ਤੇ ਬੰਦਾ ਥੱਲੇ ਡਿੱਗ ਜਾਂਦਾ ਹੈ। ਯਕਦਮ ਪਿੱਛੋਂ ਮਾਰੂਗੇ ਤੇ ਉਹ ਬੰਦਾ ਆਪਣੇ ਆਪ ਨੂੰ ਸੰਭਾਲ ਲੇਗਾ ਤੇ ਸੰਭਲ ਜਾਏਗਾ। ਸਾਡੀਆਂ ਜਿਹੜੀਆਂ ਹੈ ਤਾਕਤਾਂ ਹੈ ਸਾਡੇ ਪ੍ਰਦਰਸ਼ਨ ਨੂੰ ਕਮਜ਼ੋਰ ਕਰਨ ਨੂੰ MSP ਦੇਤੀ ਹੈ। ਇਸ ਵਾਰੀ ਮਿਡਲਮੈਨ ਦਾ ਕੰਮ ਖਤਮ ਹੋ ਰਿਹਾ, ਸਾਡੇ ਆੜਤੀ ਭਰਾਵਾਂ ਦਾ ਕੰਮ ਖਤਮ ਹੋ ਰਿਹਾ, MSP ਦੇਤੀ ਹੈ। ਅਗਲੇ ਸੀਜ਼ਨ 'ਚ MSP ਫਿਰ ਦਿੱਤੀ ਜਾਏਗੀ। ਉਹ 2 ਵਾਰੀ MSP ਦੇ ਕੇ ਸਾਨੂੰ ਸਭ ਤੋਂ ਪਹਿਲਾਂ ਤਾਂ ਸਾਡੇ ਆਦਤ ਪਾਈ ਜਾਏਗੀ, ਸਾਨੂੰ ਆਦੀ ਬਣਾਇਆ ਜਾਏਗਾ ਕਿ ਆੜਤੀ ਮਿਡਲਮੈਨ ਦਾ ਕੰਮ ਖਤਮ ਹੋ ਗਿਆ। ਤੀਜੀ ਵਾਰੀ MSP ਵੀ ਚੁੱਕ ਦਿੱਤੀ ਜਾਏਗੀ। ਮੇਨ ਮੁੱਦਾ ਮੈਂ ਤੁਹਾਨੂੰ ਦੱਸ ਰਿਹਾ, MSP ਦੇ ਨਾਲ ਮੇਨ ਮੁੱਦਾ ਐਸੈਂਸ਼ੀਅਲ ਕਮੋਡਿਟੀ ਐਕਟ ਦਾ ਹੈ, ਜਿਹੜਾ ਕਿ 4 ਦਿਨ ਪਹਿਲਾਂ ਇਹਨਾਂ ਨੇ ਪਿਆਜ਼, ਦਾਲਾਂ, ਰਾਜਮਾ, ਇਹਨਾਂ ਤਿੰਨਾਂ ਚੀਜ਼ਾਂ ਨੂੰ ਜ਼ਰੂਰੀ ਵਸਤੂਆਂ 'ਚੋਂ ਬਾਹਰ ਕੱਢਤਾ ਹੈ। ਹੁਣ ਪ੍ਰਾਈਵੇਟ ਪਲੇਅਰ ਵੱਧ ਤੋਂ ਵੱਧ ਸਟਾਕ ਕਰ ਸਕਣਗੇ। ਇਕਨੋਮਿਕਸ ਦੀ ਗੱਲ ਆਉਂਦੀ ਹੈ, ਇਕੁਇਲਿਬਰੀਅਮ ਕਿੱਥੇ ਬਣਦਾ? ਡਿਮਾਂਡ ਤੇ ਸਪਲਾਈ ਜਿੱਥੇ ਮੈਚ ਕਰਦੀ ਹੈ। ਹੁਣ ਜਦੋਂ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਤਹਿਤ ਇਹਨਾਂ ਨੇ ਕੁਝ ਚੀਜ਼ਾਂ ਬਾਹਰ ਕੱਢਤੀਆਂ, ਪ੍ਰਾਈਵੇਟ ਪਲੇਅਰ ਵੱਧ ਤੋਂ ਵੱਧ ਸਟਾਕ ਕਰ ਲੇਗਾ। ਹੁਣ ਵੱਧ ਤੋਂ ਵੱਧ ਸਟਾਕ ਕਰੇਗਾ, ਆਰਟੀਫਿਸ਼ੀਅਲ ਸਕਾਰਸਿਟੀ, ਯਾਨੀ ਕਿ ਖੁਦ ਉਹਦੀ ਜਿਹੜੀ ਹੈਗੀ ਹੈ ਕਮੀ ਪੇਸ਼ ਕਰੇਗਾ ਆਰਟੀਫਿਸ਼ਲੀ ਕਿ ਇਹ ਮਾਰਕੀਟ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਹੀ ਨਹੀਂ। ਫਿਰ ਡਿਮਾਂਡ ਤਾਂ ਉੱਥੇ ਹੀ ਹੈ, ਸਪਲਾਈ ਜਿਹੜੀ ਇੱਥੇ ਹੋਣੀ ਚਾਹੀਦੀ, ਸਪਲਾਈ ਉਹਨੇ ਸਟੋਰ ਕਰਕੇ ਇੱਥੇ ਕਰਤੀ। ਹੁਣ ਜਦ ਸਪਲਾਈ ਇੱਥੇ ਹੋਈ, ਡਿਮਾਂਡ ਇੱਥੇ ਹੋਈ, ਇਕੁਇਲਿਬਰੀਅਮ ਹਿੱਲ ਗਿਆ। ਇਕੁਇਲਿਬਰੀਅਮ ਹਿੱਲਿਆ, ਪ੍ਰਾਈਸ ਸ਼ੂਕ ਕਰਕੇ, ਜਿੱਦਾਂ ਹੀ ਪ੍ਰਾਈਸ ਸ਼ੂਕ ਕੀਤੇ, ਉਹ ਜਿਹੜੇ ਚੋਰ ਹੈ ਲੁਕੇ ਪਏ ਨੇ ਖੁੱਡਾਂ ਦੇ ਵਿੱਚ, ਉਹਨਾਂ ਨੇ ਸਟੋਰ ਕਰਕੇ ਰੱਖਿਆ, ਉਹੀ ਚੀਜ਼ਾਂ ਉਹਨਾਂ ਨੇ ਬਾਹਰ ਕੱਢ ਕੇ ਦੂਣੇ ਭਾਅ 3 ਰੁਪਏ ਦਾ ਪਿਆਜ਼ ਲੈ ਕੇ 50-60 ਦੇ ਵੇਚਣਾ। ਇੱਕ ਛੋਟਾ ਜਿਹਾ ਉਦਾਹਰਣ ਮੈਂ ਦਿੰਦਾ, ਜਦੋਂ ਕਰੋਨਾ ਦੀ ਮਹਾਮਾਰੀ ਆਉਣ ਲੱਗੀ ਸੀਗੀ, ਉਸ ਟਾਈਮ ਲੋਕਾਂ ਨੇ ਸੈਨੀਟਾਈਜ਼ਰ ਵੱਧ ਤੋਂ ਵੱਧ ਸਟਾਕ ਕਰਨੇ ਸ਼ੁਰੂ ਕਰਤੇ ਸੀਗੇ। ਮੈਂ ਜਾਣਕਾਰੀ ਦੇਣਾ ਚਾਹੁੰਦਾ, ਸਰਕਾਰ ਨੇ ਕੀ ਕੀਤਾ ਸੀ, ਐਸੈਂਸ਼ੀਅਲ ਕਮੋਡਿਟੀ ਐਕਟ ਦੇ ਤਹਿਤ ਸੈਨੀਟਾਈਜ਼ਰਸ ਨੂੰ ਉਹਦੇ ਵਿੱਚ ਐਡ ਕਰਤਾ ਸੀ। ਕਿਉਂ ਕੀਤਾ ਸੀਗਾ? ਕਿਉਂਕਿ ਉਹਦੀ ਸਟਾਕਿੰਗ ਨਾ ਹੋ ਸਕੇ, ਉਹਦੀ ਬਲੈਕ ਮਾਰਕੀਟਿੰਗ ਨਾ ਹੋ ਸਕੇ, ਉਹਨੂੰ ਜ਼ਰੂਰੀ ਵਸਤੂਆਂ ਦੇ ਵਿੱਚ ਐਡ ਕਰਕੇ ਉਹਦੀ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਲੋਕਾਂ ਤੱਕ ਉਹਦੀ ਡਿਮਾਂਡ ਫੁੱਲਫਿਲ ਕੀਤੀ ਜਾਏ। ਸੋ ਐਸੈਂਸ਼ੀਅਲ ਕਮੋਡਿਟੀ ਐਕਟ ਦਾ ਮੇਨ ਮਕਸਦ ਹੀ ਇਹੀ ਹੁੰਦਾ ਹੈ। ਸੋ ਇਸ ਮੇਨ ਮਕਸਦ ਨੂੰ ਤੋੜਦਿਆਂ ਹੋਇਆ ਇਹਨਾਂ ਨੇ ਐਗਰੀਕਲਚਰ ਪ੍ਰੋਡਕਟਸ ਨੂੰ ਐਸੈਂਸ਼ੀਅਲ ਕਮੋਡਿਟੀ ਐਕਟ 'ਚੋਂ ਬਾਹਰ ਕੱਢ ਦਿੱਤਾ ਗਿਆ। ਵੱਧ ਤੋਂ ਵੱਧ ਜਿਹੜੇ ਬੰਦੇ ਉਹਨੂੰ ਸਟਾਕ ਕਰ ਸਕਣਗੇ। ਸਾਡੇ ਕੋਲੋਂ ਹੀ ਮੈਂ ਤੁਹਾਨੂੰ ਬਾਰ-ਬਾਰ ਉਹੀ ਗੱਲ ਦੱਸ ਰਿਹਾ, 3 ਰੁਪਏ 4 ਰੁਪਏ ਕਿਲੋ ਪਿਆਜ਼ ਲੈ ਕੇ 50-60 ਦੇ ਵੇਚਿਆ ਜਾਏਗਾ। ਸੋ ਲਾਸਟ ਗੱਲ ਇੱਕ ਛੋਟੀ ਜੀ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਸਾਡੇ ਦੁਆਬੇ ਦੇ ਵਿੱਚ ਆਲੂ ਦੀ ਪੈਦਾਵਾਰ ਬਹੁਤ ਹੈ। ਆਲੂ ਦੀ ਪੈਦਾਵਾਰ ਬਹੁਤ ਹੈ। ਸਾਡੇ ਜਿਹੜੇ ਕਿਸਾਨ ਵੀਰ ਭਾਈ ਨੇ ਨਾ, ਉਹ ਮੈਂ ਸ਼ਬਦ 'ਚ ਕਹਾਂ ਲਾਈ ਲੱਗ ਗਿਆ, ਅਸੀਂ ਵੀ ਲਾਈ ਲੱਗ ਗਿਆ। ਅਸੀਂ ਦੇਖਦੇ ਹਾਂ ਯਾਰ ਉਹਨੇ ਇੱਕ ਚੀਜ਼ ਕੀਤੀ, ਉਹਨੂੰ ਬੜਾ ਮੁਨਾਫਾ ਆਇਆ, ਅਸੀਂ ਵੀ ਉਹੀ ਚੀਜ਼ ਕਰਾਂਗੇ। ਇਸ ਵਾਰੀ ਆਲੂ 'ਚ ਕਿਸੇ ਨੂੰ ਬਹੁਤ ਮੁਨਾਫਾ ਹੋ ਗਿਆ, ਕਿਸੇ ਨੂੰ 5 ਲੱਖ 'ਚ ਗੰਢਿਆ ਗਿਆ, ਕੋਈ 10 ਲੱਖ 'ਚ ਗੰਢਿਆ ਗਿਆ। ਜਿਹੜੇ 100 ਕਿਸਾਨ ਬੀਜਦੇ ਪਏ ਸੀ, ਅਗਲੀ ਵਾਰੀ 300 ਕਿਸਾਨ ਆਲੂ ਬੀਜ ਦਿੰਦੇ ਹਨ। ਡਿਮਾਂਡ ਤਾਂ ਉੱਥੇ ਰਹਿਣੀ ਹੈ। ਸਾਡੇ ਵੀਰ ਭਾਈ ਲਾਈ ਲੱਗ ਦੇ ਵਿੱਚ ਲੱਗ ਕੇ ਉਹ ਜਿਹੜੇ 300 ਕਿਸਾਨ ਆਲੂ ਬੀਜਦੇ ਹਨ, ਜਿਹਨੂੰ 5 ਲੱਖ ਦਾ ਮੁਨਾਫਾ ਆਇਆ, ਉਹਦੀ ਲਾਗਤ ਵੀ ਨਹੀਂ ਪੂਰੀ ਹੋ ਪਾਉਂਦੀ, ਆਲੂ ਸੜਕਾਂ 'ਤੇ ਸੁੱਟੇ ਜਾਂਦੇ ਹਨ। ਅਸੀਂ ਦੇਖਦੇ ਹਾਂ ਹਰ ਇੱਕ ਸੀਜ਼ਨ ਛੱਡ ਕੇ ਆਲੂਆਂ ਦਾ ਹੀ ਹਸ਼ਰ ਹੁੰਦਾ ਹੈ। ਅਸੀਂ ਕਣਕ ਤੇ ਝੋਨੇ ਵੱਲ ਕਿਉਂ ਜਾਂਦੇ ਹਾਂ? ਕਿਉਂਕਿ ਸਾਨੂੰ MSP ਮਿਲਦੀ ਹੈ। ਹੁਣ ਜਦੋਂ MSP ਤੋੜ ਦਿੱਤੀ ਜਾਏਗੀ, ਸਾਡੇ ਜਿਹੜੇ ਐਗਰੀਕਲਚਰ ਨੂੰ ਬਿਜ਼ਨਸ ਦੀਆਂ ਲਾਈਨਸ ਤੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਜਾਏਗਾ। ਇੱਕ ਰਿਸਕੀ ਕੰਮ ਹੋ ਜਾਏਗਾ। ਹੁਣ ਮੈਨੂੰ ਨਹੀਂ ਪਤਾ ਮੈਂ ਕੀ ਕਣਕ ਬੀਜਾਂਗਾ, ਮੇਰੀ ਲਾਗਤ ਵੀ ਪੂਰੀ ਹੋਏਗੀ ਕਿ ਨਹੀਂ ਹੋਏਗੀ। ਜੇ ਤਾਂ ਮੇਰੀ ਲਾਗਤ ਨਹੀਂ ਪੂਰੀ ਹੋਈ, ਮੈਂ ਇੱਕ ਕਿਸਾਨ ਬੰਦਾ ਜਿਹਦਾ ਇੱਕ ਸੀਜ਼ਨ ਦਾ ਕੰਮ ਸਿਰਫ ਤੇ ਸਿਰਫ ਲਿਮਟ ਤੇ ਆਪਣਾ ਲੋਨ ਚੁੱਕ ਕੇ, ਮੈਂ ਜੇ ਉਦਾਹਰਨ ਦੇ ਤਹਿਤ ਕਹਾਂ ਮੈਂ 3 ਲੱਖ ਦਾ ਕਰਜ਼ਾ ਚੁੱਕਿਆ, ਮੈਂ 3 ਲੱਖ ਦਾ ਕਰਜ਼ਾ ਚੁੱਕ ਕੇ 6 ਲੱਖ ਦੀ ਪੈਦਾਵਾਰ
ਪੈਦਾਵਾਰ ਸੁੱਟੀ ਹੈ ਉਹਦੇ ਵਿੱਚੋਂ ਮੈਂ 4 ਲੱਖ ਰੁਪਇਆ 3 ਦੇ ਨਾਲ ਵਿਆਜ ਪਾ ਕੇ ਦਿੱਤਾ, 2 ਲੱਖ ਰੁਪਇਆ ਮੈਂ ਆਪਣੇ ਘਰ ਲੈ ਕੇ ਆਪਣਾ ਘਰ ਚਲਾਇਆ। ਕਿਸਾਨ ਦਾ ਜਿਹੜਾ ਹੈਗਾ ਸਰਕਲ ਇਸ ਤਰੀਕੇ ਨਾਲ ਚੱਲਦਾ ਹੈ। ਮੋਸਟਲੀ ਸਾਡੇ ਇੱਥੇ ਮੀਡੀਅਮ ਲੈਵਲ ਤੇ ਸਮੋਲ ਸਕੇਲ ਲੈਵਲ ਕਿਸਾਨ ਨੇ, ਲਾਰਜ ਸਕੇਲ ਲੈਵਲ ਦੀ ਮੈਂ ਗੱਲ ਨਹੀਂ ਕਰਦਾ, ਪਰ ਅੱਜ ਵੀ ਉਹਨਾਂ ਦਾ ਜਿਹੜਾ ਹੈਗਾ ਸਾਨੂੰ ਬਹੁਤ ਸਾਥ ਮਿਲ ਰਿਹਾ, ਬਹੁਤ ਵੱਡੀ ਗੱਲ ਹੈ। ਹੁਣ ਮੈਂ ਨਾਲ ਦੇ ਨਾਲ ਤੁਹਾਨੂੰ ਗੱਲ ਕਰ ਰਿਹਾ, ਕਿਸੇ ਕਿਸਾਨ ਨੇ ਕਰਜ਼ਾ ਲੈ ਲਿਆ, 3 ਲੱਖ ਦਾ ਲੈ ਲਿਆ ਕਰਜ਼ਾ ਕਿਸਾਨ ਨੇ, ਉਹਨੂੰ ਐਤਕੀ MSP ਨਹੀਂ ਮਿਲੀ। ਉਹਨੂੰ ਪਹਿਲਾਂ 3 ਲੱਖ ਦਾ ਜਦੋਂ ਕਰਜ਼ਾ ਲੈਂਦਾ ਸੀ ਨਾ, ਉਹਨੂੰ ਪਤਾ ਮੈਨੂੰ MSP ਮਿਲ ਕੇ ਉਹ ਕੈਲਕੂਲੇਸ਼ਨ ਲਾ ਕੇ ਮੇਰੀ ਇੰਨੀ ਜਿਹੜੀ ਪੈਦਾਵਾਰ 1 ਕਿੱਲੇ 'ਚੋਂ ਨਿਕਲੇਗੀ, ਮੈਂ ਇੰਨੇ ਵੇਚ ਕੇ ਆੜਤੀਏ ਦਾ ਕਰਜ਼ਾ, ਆੜਤੀਏ ਦਾ ਜਿਹੜਾ ਵਿਆਜ ਹੈ ਉਹ ਲਾ ਕੇ ਲੱਖ 2 ਲੱਖ ਘਰੇ ਲੈ ਜਾਵਾਂਗਾ। ਕਾਲੋ ਸਾਹਿਬ, ਇਹ ਤਾਂ ਚੀਜ਼ਾਂ ਸਾਰਿਆਂ ਦੇ ਜੱਗ ਜ਼ਾਹਰ ਨੇ ਵੀ ਇਹ ਚੀਜ਼ਾਂ ਹੋਣਗੀਆਂ ਤੇ ਸਾਨੂੰ ਫੇਸ ਕਰਨੀਆਂ ਵੀ ਪੈਣੀਆਂ, ਪਰ ਸਿਆਸਤ ਨੂੰ ਕਿਸ ਰੁਖ ਵੱਲ ਦੇਖਦੇ ਹੋ? ਵੀ ਜਿਵੇਂ ਸਾਡੇ ਪੰਜਾਬ ਦੇ ਕਿਸਾਨੀ ਖਿੱਤੇ 'ਚੋਂ ਹੀ ਲੋਕ ਜਿਹੜੇ ਸੈਂਟਰ ਦੀ ਗਵਰਨਮੈਂਟ ਦੇ ਵਿੱਚ ਸੱਤਾ 'ਚ ਸੀਗੇ, ਪਰ ਫਿਰ ਵੀ ਬਿੱਲ ਤੁਸੀਂ ਇਹ ਜਾਣਦੇ, ਅਸੀਂ ਸਾਰੇ ਜਾਣਦੇ ਹਾਂ ਵੀ ਅੱਜ ਪ੍ਰੋਟੈਸਟ ਹੋ ਰਿਹਾ ਤੇ ਪਾਰਲੀਮੈਂਟ ਦੇ ਵਿੱਚ ਜਦੋਂ ਦੂਸਰਾ ਬਿੱਲ ਪਾਸ ਕੀਤਾ ਗਿਆ ਸੀ ਉਦੋਂ ਦੇ ਮੌਜੂਦਾ ਹਾਲਾਤ ਕਿਵੇਂ ਦੇ ਸੀਗੇ ਇਹ ਸਾਰਿਆਂ ਨੂੰ ਹੀ ਪਤਾ ਨੇ। ਸੋ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ? ਕਹਿੰਦੇ ਚੀਜ਼ੀ ਦੇ ਖੂਨ ਲਾ ਕੇ ਸ਼ਹੀਦ ਬਣਨਾ। ਇੱਕ ਛੋਟੀ ਜੀ ਗੱਲ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ, ਸਾਡੇ ਮਾਣਯੋਗ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਾਹਿਬ ਰਾਸ਼ਟਰਪਤੀ ਸਾਹਿਬ ਕੋਲ ਗਏ ਨੇ ਕਿ ਮੈਂ ਜਾ ਕੇ ਰਾਸ਼ਟਰਪਤੀ ਸਾਹਿਬ ਨੂੰ ਮੰਗ ਕਰਦਾ ਆਰਡੀਨੈਂਸ 'ਤੇ ਸਾਈਨ ਨਾ ਕਰਿਓ। ਪਹਿਲੀ ਗੱਲ ਤਾਂ ਮੈਂ ਇਹ ਗੱਲ ਦੱਸਣਾ ਚਾਹੁੰਦਾ, ਸਾਡੇ ਬਹੁਤ ਲੋਕਾਂ ਨੂੰ ਹੀ ਨਹੀਂ ਪਤਾ ਆਰਡੀਨੈਂਸ ਹੁੰਦਾ ਕੀ ਹੈ। ਜਦੋਂ ਇੱਕ ਪਾਰਲੀਮੈਂਟ ਦਾ ਸੈਸ਼ਨ, ਪਾਰਲੀਮੈਂਟ ਦਾ ਹਾਊਸ ਮੋਸ਼ਨ 'ਚ ਨਹੀਂ ਹੁੰਦਾ, ਯਾਨੀ ਕਿ ਕੋਈ ਵੀ ਸੈਸ਼ਨ ਨਹੀਂ ਚੱਲਦਾ ਪਿਆ, ਉਸ ਟਾਈਮ ਰਾਸ਼ਟਰਪਤੀ ਕੋਲ ਅਧਿਕਾਰ ਹੁੰਦਾ ਹੈ ਕਿ ਉਹ ਕੋਈ ਵੀ ਕਾਨੂੰਨ ਪਾਸ ਕਰ ਸਕਦਾ ਹੈ, ਉਹਨੂੰ ਆਰਡੀਨੈਂਸ ਕਹਿੰਦੇ ਹਨ। ਉਹਨੂੰ 6 ਮਹੀਨੇ 6 ਹਫ਼ਤੇ ਦੀ ਮਿਆਦ ਦੇ ਤਹਿਤ ਦੋਵੇਂ ਹਾਊਸਿਸ 'ਚ ਰੱਖ ਕੇ ਉਸ ਆਰਡੀਨੈਂਸ ਨੂੰ ਬਿੱਲ ਦੇ ਤਹਿਤ ਰੱਖਿਆ ਜਾਂਦਾ, ਉਹ ਐਕਟ ਬਣਦਾ। ਸੋ ਸਿੱਧਾ ਸਵਾਲ ਇਹ ਹੈ, ਆਰਡੀਨੈਂਸ ਕਿਹਨੇ ਪਾਸ ਕੀਤਾ? ਰਾਸ਼ਟਰਪਤੀ ਸਾਹਿਬ ਨੇ। ਸੁਖਬੀਰ ਬਾਦਲ ਸਾਹਿਬ ਕਿੱਥੋਂ ਜਾ ਰਹੇ ਆ? ਰਾਸ਼ਟਰਪਤੀ ਸਾਹਿਬ ਕੋਲ ਕਿ ਸਾਈਨ ਨਾ ਕਰੋ। ਜਿਹੜੇ ਬੰਦੇ ਨੇ ਆਰਡੀਨੈਂਸ ਬਣਾਇਆ ਹੋਏ, ਜਿਹੜੇ ਬੰਦੇ ਨੇ ਪਾਸ ਕੀਤਾ ਹੋਏ, ਕੀ ਉਹ ਤੁਹਾਡੀ ਇੰਨੀ ਤੁਹਾਡੀ ਗੱਲ ਦੀ ਤਵੱਜੂ ਹੈ, ਤੁਹਾਡੀ ਗੱਲ ਦਾ ਇੰਨਾ ਵਜੂਦ ਹੈ ਕਿ ਤੁਹਾਡੀ ਗੱਲ ਸੁਣ ਕੇ ਉਹ ਅੱਛਾ ਬਾਦਲ ਸਾਹਿਬ ਆਏ ਨੇ, ਮੈਂ ਨਹੀਂ ਸਾਈਨ ਕਰਦਾ, ਮੈਂ ਸਾਈਨ ਕੈਂਸਲ ਕਰ ਦੇਣਾ। ਸੋ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਗੱਲ ਉਹੀ ਹੈ, ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ। ਇੱਥੇ ਵੀ 3-4 ਮੰਚ ਲੱਗੇ ਹਨ, ਅੱਗੇ ਜਾ ਕੇ ਅਕਾਲੀ ਦਲ ਦਾ ਮੰਚ ਲੱਗਾ, ਕਿਤੇ ਹੋਰ ਮੰਚ ਲੱਗਾ। ਅਸੀਂ ਇਸ ਮੰਚ ਤੇ ਕਿਉਂ ਖੜੇ ਹਾਂ? ਕਿਉਂਕਿ ਇਹ ਸਾਡਾ ਜਿਹੜਾ ਕਿਸਾਨ ਮੋਰਚੇ ਦਾ ਮੰਚ ਹੈ, ਇਹ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹੈ। ਇੱਥੇ ਲੋਕਾਂ ਨੂੰ ਦੁੱਖ ਹੈ, ਇੱਥੇ ਅਸੀਂ ਤਾਂ ਆਏ ਆ। ਸੋ ਜਿਹੜਾ ਸਿਆਸਤ ਆ ਨਾ, ਉਹ ਤਾਂ ਸ਼ੁਰੂ ਤੋਂ ਸਿਆਸਤਦਾਨਾਂ ਨੇ ਆਪਣੀਆਂ ਰੋਟੀਆਂ ਸੇਕਣੀਆਂ। ਸੋ ਜੇ ਗੱਲ ਬਾਦਲ ਸਾਹਿਬ ਦੇ ਜਿਹੜੇ ਚਹੀਤੇ ਨੇ ਉਹਨਾਂ ਤੱਕ ਵੀ ਪਹੁੰਚੀ ਜਾਏ, ਇੱਕ ਵਾਰੀ ਸਵਾਲ ਜ਼ਰੂਰ ਪੁੱਛਿਓ ਕਿ ਆਰਡੀਨੈਂਸ ਰਾਸ਼ਟਰਪਤੀ ਸਾਹਿਬ ਨੇ ਪਾਸ ਕੀਤਾ, ਸੋ ਕਿਸ ਹਿਸਾਬ ਨਾਲ ਰਾਸ਼ਟਰਪਤੀ ਸਾਹਿਬ ਕੋਲ ਜਾ ਕੇ ਕਹਿ ਰਿਹਾ ਕਿ ਸਾਈਨ ਨਾ ਕਰੋ। ਸੋ ਇਹ ਦੂਸਰੇ ਪਾਸੇ ਕਾਲੋ ਸਾਹਿਬ, ਇਹ ਵੀ ਤਾਂ ਗੱਲ ਆ ਰਹੀ ਸਾਹਮਣੇ ਕਿ ਜਦੋਂ ਇਹਦੀ ਕਮੇਟੀ ਬਣੀ ਸੀਗੀ, ਕਮੇਟੀ ਦੇ ਮੈਂਬਰ ਮੌਜੂਦਾ ਸਾਡੇ CM ਸਾਹਿਬ ਵੀ ਸੀਗੇ, ਕੈਪਟਨ ਸਾਹਿਬ ਜੀ। ਕਮੇਟੀ ਬਣੀ ਹੈ, ਤੁਹਾਨੂੰ ਪਤਾ ਕਮੇਟੀ ਬਣੀ ਹੈ, ਕਮੇਟੀ ਤੋਂ ਬਾਅਦ ਜਿਹੜੇ ਬਿੱਲ ਹੈ, ਬਿੱਲ ਡਿਸਕਸ਼ਨ ਵੇਲੇ ਲੈ ਕੇ ਆਉਂਦੇ ਗਏ ਆ। ਸਟਾਰਟਿੰਗ ਦੇ ਵਿੱਚ ਕਹਿੰਦੇ ਨਾ, ਬਰੀਫ ਦੇ ਵਿੱਚ ਕਿਹਾ ਜਾਂਦਾ ਕਿ ਅਸੀਂ ਆਹ ਐਕਟ ਲੈ ਕੇ ਆਉਣਾ ਹੈ। ਫਿਰ ਉਸ ਤੋਂ ਬਾਅਦ ਜਦੋਂ ਸਾਡੇ ਸੈਸ਼ਨ ਰਿਜ਼ਿਊਮ ਹੁੰਦੇ ਹਨ ਲੋਕ ਸਭਾ ਦਾ, ਉਦੋਂ ਜਿਹੜਾ ਸਾਡਾ ਸਭ ਤੋਂ ਪਹਿਲਾਂ ਬਿੱਲ ਲੈ ਕੇ ਆਇਆ ਜਾਂਦਾ, ਮੋਸ਼ਨ ਤੋਰਿਆ ਜਾਂਦਾ, ਜੋ ਮੈਂ ਤੁਹਾਨੂੰ ਇੱਕ ਪ੍ਰੋਸੀਜਰ ਦੱਸਦਾ। ਉਸ ਤੋਂ ਬਾਅਦ ਸਾਡੀਆਂ ਸਟੈਂਡਿੰਗ ਕਮੇਟੀਆਂ ਬਣੀਆਂ ਹੁੰਦੀਆਂ ਹਨ ਅਲੱਗ-ਅਲੱਗ। ਹਰ ਕਮੇਟੀ ਕੋਲ ਜਾਂਦਾ ਹੈ ਕਿ ਜੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਸਪੀਕਰ ਸਾਹਿਬ ਉਹ ਪੁੱਛਦੇ ਹਨ ਕਿ ਤੁਸੀਂ ਚਾਹੁੰਦੇ ਹੋ ਇਹਦੇ ਉੱਤੇ ਡਿਸਕਸ਼ਨ ਕਰਾਉਣੀ, ਕਹਿੰਦੇ ਹਾਂਜੀ। ਉਹ ਡਿਸਕਸ਼ਨ ਲਈ ਸਟੈਂਡਿੰਗ ਕਮੇਟੀ ਕੋਲ ਜਾਂਦਾ। ਸਟੈਂਡਿੰਗ ਕਮੇਟੀ ਉਹਦੇ ਪ੍ਰੋਜ਼ ਐਂਡ ਕੋਨਸ, ਯਾਨੀ ਕਿ ਉਹਦੇ ਮੈਰਿਟਸ ਡੀਮੈਰਿਟਸ, ਉਹਦੇ ਫਾਇਦੇ ਨੁਕਸਾਨ ਦੋਵੇਂ ਦੱਸ ਕੇ ਇੱਕ ਬਿੱਲ ਇੰਨੇ ਨੂੰ ਇੰਨੇ 'ਚ ਸ਼ਾਰਟ ਕਰਕੇ ਕਿ ਆਹ ਇਹਦੇ ਫਾਇਦੇ ਹਨ, ਆਹ ਨੁਕਸਾਨ ਰੱਖੇ ਜਾਣ। ਉਹਦੇ ਉੱਤੇ ਕੋਈ ਸਟੈਂਡਿੰਗ ਕਮੇਟੀ ਦੀ ਡਿਸਕਸ਼ਨ ਨਹੀਂ ਹੋਈ। ਫਿਰ ਉਸ ਤੋਂ ਬਾਅਦ ਬਿੱਲ ਪਾਸ ਹੋ ਗਿਆ। ਲੋਕ ਸਭਾ 'ਚ ਸਟਰੈਂਥ ਹੈਗੀ ਆ, ਮੰਨਦੇ ਆ। ਰਾਜ ਸਭਾ 'ਚ ਸਟਰੈਂਥ ਨਹੀਂ ਸੀਗੀ। ਉਸ ਦਿਨ ਰਾਜ ਸਭਾ TV ਦਾ ਪ੍ਰਸਾਰਣ ਕਿਉਂ ਰੋਕਿਆ ਗਿਆ? ਰਾਜ ਸਭਾ TV ਦਾ ਪ੍ਰਸਾਰਣ ਕਿਉਂ ਰੋਕਿਆ ਗਿਆ? ਬਿਨਾਂ ਵੋਟਿੰਗ ਕਰਾਏ ਸਿੱਧਾ ਪੁੱਛਿਆ ਕਿ ਇਹਦੇ ਉੱਤੇ ਹੁੰਦੀ ਹੈ ਕਿ ਨਹੀਂ ਹੋਣੀ ਚਾਹੀਦੀ, ਉਦੋਂ ਯੈਸ ਜਾਂ ਨੋਜ਼ ਕਿਹਾ ਜਾਂਦਾ ਹੈ। ਨੋਜ਼ ਯੈਸ, ਉਹ ਨੋਜ਼ ਯੈਸ ਸਾਡੇ ਸਪੀਕਰ ਸਾਹਿਬ ਨੇ ਇਸ ਹਿਸਾਬ ਨਾਲ ਸੁਣਿਆ, ਕਹਿੰਦੇ ਅੱਛਾ ਨਹੀਂ ਚਾਹੀਦੀ ਪਾਸ। ਉੱਤੇ ਸਾਡੇ ਜਿਹੜੇ ਮੈਂ ਮੰਨਦਾ ਹਾਂ ਬਹੁਤ ਹੀ ਜ਼ਿੰਮੇਵਾਰ ਸੰਸਦ ਹਨ, ਡੈਰੇਕ ਓਬਰਾਇਨ ਤ੍ਰਿਣਮੂਲ ਕਾਂਗਰਸ ਦੇ, ਉਹ ਕਹਿੰਦੇ ਮੈਂ ਸਸਪੈਂਸ਼ਨ ਝੱਲਾਂਗਾ ਪਰ ਮੈਂ ਰੂਲ ਜ਼ਰੂਰ ਤੋੜਾਂਗਾ। ਉੱਥੇ ਸਾਡੇ ਰਾਜ ਸਭਾ ਦੇ ਅੰਦਰ ਫੋਨ ਕੱਢਣਾ, ਵੀਡੀਓ ਬਣਾਉਣਾ ਅਲਾਉਡ ਨਹੀਂ ਹੈਗਾ, ਪਰ ਰਾਜ ਸਭਾ ਦਾ ਉਸ ਦਿਨ ਪ੍ਰਸਾਰਣ ਰੋਕਿਆ ਗਿਆ। ਕਿਉਂ ਰੋਕਿਆ ਗਿਆ? ਆਮ ਲੋਕਾਂ ਨੂੰ ਨਹੀਂ ਪਤਾ ਲੱਗ ਪਾਇਆ ਅੰਦਰ ਧੱਕਾ ਕੀ ਚੱਲਦਾ। ਉਹਨਾਂ ਨੇ ਰੂਲ ਤੋੜ ਕੇ ਅੰਦਰ ਵੀਡੀਓ ਬਣਾਈ ਆ ਕਿ ਆਹ ਧੱਕਾ ਚੱਲਦਾ ਪਿਆ। ਸੋ ਅੱਜ ਹੀ 3 ਦਿਨ ਪਹਿਲਾਂ ਰਵੀ ਸ਼ੰਕਰ ਪ੍ਰਸਾਦ ਪ੍ਰਸਾਰਣ ਮਿਨਿਸਟਰ ਦਾ ਬਿਆਨ ਆ ਰਿਹਾ ਹੈ ਕਿ ਜੇ ਸੈਂਟਰ ਸਰਕਾਰ ਚਾਹੇਗੀ ਵਿਚਾਰ ਕਰਕੇ ਅਸੀਂ ਇਹਨਾਂ ਨੂੰ ਜਿਹੜੀ ਇਹ ਅਪੋਲੋਜੀ ਮੰਗਣਗੇ ਅਸੀਂ ਇਹਨਾਂ ਨੂੰ ਮਾਫ ਕਰ ਦਾਂਗੇ। ਮੈਨੂੰ ਇਹ ਚੀਜ਼ ਨਹੀਂ ਸਮਝ ਆਉਂਦੀ, ਜਦੋਂ ਇਹ ਅਧਿਕਾਰ ਸਿਰਫ ਤੇ ਸਿਰਫ ਸਪੀਕਰ ਸਾਹਿਬ ਕੋਲ ਹੈ, ਇੱਕ ਸੈਂਟਰ ਸਰਕਾਰ ਕਿਵੇਂ ਕਹਿ ਸਕਦੀ ਹੈ ਕਿ ਅਸੀਂ ਮਾਫ ਕਰ ਦਾਂਗੇ? ਫਿਰ ਕਾਲੋ ਸਾਹਿਬ ਉਸ ਤੋਂ ਬਾਅਦ ਇੱਕ ਦਿਨ ਬਾਅਦ ਹੀ ਮੋਦੀ ਸਾਹਿਬ ਪੰਜਾਬੀ 'ਚ ਟਵੀਟ ਕਰਦੇ ਨੇ, ਪੰਜਾਬੀ ਭਾਸ਼ਾ 'ਚ ਲਿਖ ਕੇ ਵੀ ਇਤਿਹਾਸ ਰਚਿਆ ਗਿਆ ਕਿਸਾਨਾਂ ਦੇ ਲਈ। ਇਹ ਕਿਸਾਨੀ ਦੇ ਵਿੱਚ ਪਹਿਲੀ ਵਾਰ ਇਦਾਂ ਹੋਇਆ ਕਿ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਗਈ ਹੈ।
ਦੇਖੋ ਮੋਦੀ ਸਾਹਿਬ ਨੇ ਪੰਜਾਬੀ ਭਾਸ਼ਾ 'ਚ ਟਵੀਟ ਕਰਕੇ ਕੀਤਾ ਸਿੱਧਾ ਮਤਲਬ ਕਿ ਸਮਝਦੇ ਹੋ ਮੋਦੀ ਸਾਹਿਬ ਨੇ 365 ਦਿਨ 'ਚੋਂ 364 ਦਿਨ ਨਹੀਂ ਕਦੀ ਪੰਜਾਬੀ ਟਵੀਟ ਕੀਤਾ, ਇੱਕ ਦਿਨ ਕਿਉਂ ਕੀਤਾ? ਸਿੱਧਾ ਉਹਨਾਂ ਦਾ ਮਸਲਾ ਕੀ ਹੈ? ਜੰਮੂ ਕਸ਼ਮੀਰ 'ਚੋਂ ਪੰਜਾਬੀ ਤੁਸੀਂ ਅਧਿਕਾਰਤ ਭਾਸ਼ਾ 'ਚੋਂ ਬਾਹਰ ਕੱਢਤੀ, ਠੀਕ ਹੈ, ਉਹਦੇ ਉੱਤੇ ਤੁਸੀਂ ਕੋਈ ਸਵਾਲ ਨਹੀਂ ਚੁੱਕਿਆ, ਠੀਕ ਹੈ। ਫਿਰ ਉਸ ਤੋਂ ਬਾਅਦ ਤੁਸੀਂ ਪੰਜਾਬੀ ਟਵੀਟ ਕਰ ਰਹੇ ਹੋ ਇਤਿਹਾਸਕ ਦਿਨ ਹੈ, ਮੋਦੀ ਸਾਹਿਬ ਕਹਿ ਰਹੇ ਨੇ। ਮੈਨੂੰ ਇਹ ਮੈਂ ਪੁੱਛਣਾ ਚਾਹੁੰਦਾ ਜੇ ਇਤਿਹਾਸਕ ਦਿਨ ਸੀਗਾ ਰਾਜ ਸਭਾ ਦੇ ਮੈਂਬਰਾਂ ਕੋਲੋਂ ਇਹਦੇ ਉੱਤੇ VOTING ਕਿਉਂ ਨਹੀਂ ਕਰਵਾਈ ਗਈ? ਰਾਜ ਸਭਾ ਟੀਵੀ ਦਾ ਪ੍ਰਸਾਰਣ ਕਿਉਂ ਰੋਕਿਆ ਗਿਆ? ਰਾਜ ਸਭਾ ਨੂੰ ਹਾਊਸ ਆਫ ਐਲਡਰ ਕਿਹਾ ਜਾਂਦਾ ਹੈ, ਜਿਹੜਾ ਵੱਡਾ ਹਾਊਸ ਹੈ ਹਾਊਸ ਆਫ ਐਲਡਰ ਰਾਜ ਸਭਾ ਨੂੰ ਕਿਹਾ ਜਾਂਦਾ, ਲੋਕ ਸਭਾ ਨੂੰ। ਹਾਂਜੀ ਵੀਰ, ਪਾਸੇ ਇਹ ਵੀ ਗੱਲ ਆਉਂਦੀ ਜਦੋਂ ਇੱਕਦਮ ਮਸਲਾ ਜਿਹੜਾ ਭਖਿਆ, ਇੱਕਦਮ ਸਿਆਸਤ ਵੀ ਗਰਮਾਈ, ਤੇ ਦੂਸਰੇ ਪਾਸੇ ਉੱਥੇ ਕੰਗਨਾ ਰਣੌਤ ਜਾਨੀ ਮਾਨੀ ਹਸਤੀ ਆ, ਉਹ ਕਿਸਾਨਾਂ ਨੂੰ ਆਤੰਕਵਾਦੀ ਕਹਾਉਂਦੀ ਹੈ। ਇੱਥੇ ਕੀ ਕਹਿਣਾ ਚਾਹੁੰਦੇ ਆ ਵੀ ਐਡਾ ਵੱਡਾ ਬਿਆਨ ਆਉਣਾ ਇੱਕ ਜਾਨੀ ਮਾਨੀ ਹਸਤੀ ਦਾ, ਕਿ ਪਿੱਛੇ ਕੋਈ ਰਾਜਨੀਤੀ ਟੀਚਾ ਹੈ ਜਾਂ ਕੋਈ ਰਾਜਨੀਤੀ ਟੀਚਾ? ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸ ਦਿੰਦਾ। ਆਉਣ ਵਾਲੇ ਸਮੇਂ 'ਚ ਵੇਖੋਗੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਜਾਂ ਵੱਡੇ ਇੱਕ ਕੈਬਨਿਟ ਅਹੁਦੇ ਦੇ ਦਾਅਵੇਦਾਰ ਕੰਗਨਾ ਰਣੌਤ ਹੋਣਗੇ ਭਾਜਪਾ ਵੱਲੋਂ। ਭਾਜਪਾ ਇੱਕ ਅਜਿਹੀ ਪਾਰਟੀ ਹੈ ਜਿਹਦੇ ਵਿੱਚ ਤੁਸੀਂ ਜਾਣਾ ਨਾ, ਜੇ ਭਾਜਪਾ ਪਾਰਟੀ 'ਚ ਜਾਣਾ ਅੱਜ ਅੜ ਕੇ ਇੱਦੀ ਕੋਈ ਬੇਤੁਕੀ ਗੱਲ ਕਰ ਦੋ, ਜਾਂ ਤਾਂ ਘੱਟ ਗਿਣਤੀਆਂ ਬਾਰੇ ਕੁਝ ਬਕਵਾਸ ਕਰ ਦੋ, ਜਾਂ ਘੱਟ ਗਿਣਤੀਆਂ ਬਾਰੇ ਨਹੀਂ ਬੋਲਣਾ, ਤਾਂ ਸਰਕਾਰ ਦੇ ਖਿਲਾਫ ਜੇ ਕੋਈ ਬੰਦੇ ਚੱਲ ਰਹੇ ਆ ਉਹਨਾਂ ਨੂੰ ਚੁੱਕ ਕੇ ਅੱਤਵਾਦੀ ਕਰਾਰ ਦਿਓ, ਸਿੱਧੀ ਤੁਹਾਡੀ ਸੀਟ ਤਾਂ ਪੱਕੀ ਹੈ। ਸੋ ਮੈਂ ਸਮਝਦਾ ਭਾਜਪਾ ਇੱਕ ਅਜਿਹੀ ਪਾਰਟੀ ਹੈ ਜਿਹਦੇ ਵਿੱਚ ਤੁਸੀਂ ਜਾਣਾ ਤਾਂ ਸਭ ਤੋਂ ਸੌਖਾ ਹੈ, ਬੇਤੁਕਾ ਜਿਹਾ ਬਿਆਨ ਦੇ ਦਿਓ, ਘੱਟ ਗਿਣਤੀਆਂ ਬਾਰੇ ਜਿਹੜੇ ਪ੍ਰਦਰਸ਼ਨ ਕਰ ਰਹੇ ਉਹਨਾਂ ਨੂੰ ਅੱਤਵਾਦੀ ਕਹਿ ਦਿਓ। ਸੋ ਕੰਗਨਾ ਰਣੌਤ ਨੂੰ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਰਣਜੀਤ ਬਾਵਾ ਭਾਜੀ ਨੇ ਵੀ ਜਵਾਬ ਦਿੱਤਾ, ਜਵਾਬ ਨਹੀਂ ਆਇਆ ਤੇ ਅੱਗੇ ਉਹਦੀ ਬਲੌਕ ਕਰਤਾ। ਬਾਵਾ ਭਾਜੀ ਨੇ ਵੀ ਸਹੀ ਗੱਲ ਕੀਤੀ, ਤੇਰੇ 2-3 ਕਿੱਲੇ ਹੁੰਦੇ ਤੇ ਤੈਨੂੰ ਪਤਾ ਲੱਗਦਾ, ਤੇ ਪਤਾ ਵੀ ਤਾਂ ਹੀ ਲੱਗਦਾ ਜਾ ਕੇ ਏਸੀਆ ਦੇ ਵਿੱਚ ਬਹਿ ਕੇ ਕਿਸਾਨਾਂ ਬਾਰੇ। ਉਹਨੂੰ ਕੀ ਪਤਾ ਜਿਹਨੇ ਕਦੀ ਨੱਕੇ ਨਹੀਂ ਮੋੜੇ, ਕੀ ਉਹ ਸਾਡੇ ਬਾਰੇ ਕੀ ਜਾਣਦੀ ਹੋਏਗੀ? ਸੋ ਕੰਗਨਾ ਰਣੌਤ ਦੀ ਗੱਲ ਮੈਂ ਕਹਿੰਦਾ ਨਾ ਕਿ ਮਤਲਬ ਕਿ ਕਿਸੇ, ਮੈਂ ਸਿੱਧਾ ਲਫ਼ਜ਼ ਵਰਤਾਂਗਾ, ਜੋ ਸਾਨੂੰ ਅੱਤਵਾਦੀ ਕਹਿ ਰਹੀ ਹੈ ਨਾ, ਮੈਂ ਇੱਕ ਚੀਜ਼ ਕਹਿ ਰਿਹਾ ਕਿ ਕਿਸੇ ਮੂਰਖ ਦੇ ਉੱਤੇ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ। ਕਹਿੰਦੇ ਕੰਧ 'ਚ ਸਿਰ ਮਾਰੋ, ਸਿਰ ਆਪ ਦਾ ਦੁਖਣਾ। ਉਹ ਕੰਧ ਵੀ ਨਾ ਮੈਂ ਕਹਿੰਦਾ ਬਹੁਤੀ ਮਾੜੀ ਸੀਮੈਂਟ ਦੀ ਕੰਧ ਬਣੀ ਹੋਈ, ਉਹ ਇਹੋ ਜਿਹੀ ਕੰਧ ਆ। ਮੈਂ ਉਹਦੇ ਬਾਰੇ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ ਕਿਉਂਕਿ ਉਹ ਮੂਰਖ ਹੈ ਤੇ ਸਭ ਤੋਂ ਵੱਡੀ ਮੂਰਖ ਹੈ। ਤੇ ਆਉਣ ਵਾਲੇ ਟਾਈਮ 'ਚ ਮੇਰੀ ਗੱਲ ਨੋਟ ਕਰ ਲਿਓ, ਹਿਮਾਚਲ ਪ੍ਰਦੇਸ਼ ਭਾਜਪਾ ਦੇ ਵਿੱਚ ਕੰਗਨਾ ਰਣੌਤ ਸੀਐਮ ਪਦ ਦੀ ਜਾਂ ਉਸ ਤੋਂ ਕੋਈ ਛੋਟੇ ਪਦ ਦੀ ਦਾਅਵੇਦਾਰ ਜ਼ਰੂਰ ਹੋਏਗੀ। ਲਿਖ ਕੇ ਲੜੋ। ਕਾਲੋ ਸਾਹਿਬ, ਲਾਸਟ ਦੇ ਐਜ਼ ਅ ਇੱਕ ਯੂਥ, ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ, ਜਾਂ ਫਿਰ ਅਗਲੀ ਰਣਨੀਤੀ ਕੀ ਵਿੱਢੀ ਜਾਊਗੀ ਇੱਕ ਨੌਜਵਾਨ ਹੋਣ ਦੇ ਨਾਤੇ? ਨੌਜਵਾਨ ਹੋਣ ਦੇ ਨਾਤੇ, ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਸਾਨੂੰ ਨਾ ਬਹੁਤ ਹੀ ਸਾਜ਼ਿਸ਼ਾਂ ਤਹਿਤ ਮਾਰਿਆ ਗਿਆ। ਅਸੀਂ ਜੋ ਪੰਜਾਬੀ ਵੀਰ ਅਸੀਂ ਹੁੰਦੇ ਸਾਂ ਨਾ, ਅਸੀਂ ਉਹ ਰਹੇ ਨਹੀਂ ਯਾਰ। ਸਾਨੂੰ ਨਸ਼ਿਆਂ ਨਾਲ ਮਾਰਿਆ, ਸਾਡੀ ਬੋਲੀ ਤੇ ਅਟੈਕ ਕਰਕੇ ਸਾਨੂੰ ਮਾਰਿਆ। ਅੱਜ ਸਾਡੀ ਕਿਸਾਨੀ ਕਹਿੰਦੇ ਸੀ ਉਦਮ ਕਿਸਾਨੀ ਮੱਧਮ ਵਪਾਰ, ਉਸ ਕਿਸਾਨੀ ਕਾਹਦੀ ਉਦਮ ਰਹਿ ਗਈ ਯਾਰ। ਹੁਣ ਜੋ ਪਹਿਲਾਂ ਜ਼ਮੀਨਦਾਰੀ ਸਿਸਟਮ ਅੰਗਰੇਜ਼ਾਂ ਦੇ ਟਾਈਮ ਹੁੰਦਾ ਸੀਗਾ, ਉਹਦਾ ਨਾਮ ਚੇਂਜ ਕਰਕੇ ਹੁਣ ਦੁਬਾਰਾ ਜ਼ਮੀਨਦਾਰੀ ਸਿਸਟਮ ਲੈ ਕੇ ਆਇਆ ਜਾ ਰਿਹਾ। ਉਦੋਂ ਅੰਗਰੇਜ਼ਾਂ ਦੇ ਤਹਿਤ ਹੁੰਦਾ ਸੀਗਾ, ਅੱਜ ਪ੍ਰਾਈਵੇਟ ਪਲੇਅਰ ਅੰਬਾਨੀ, ਅਡਾਨੀ, ਬਿਰਲਾ, ਇਹਨਾਂ ਦੇ ਤਹਿਤ ਅਸੀਂ ਆਪ ਦੀ ਹੀ ਜ਼ਮੀਨ ਦੇ ਉੱਤੇ ਮਜ਼ਦੂਰਾਂ ਵਾਂਗੂ ਕੰਮ ਕਰਾਂਗੇ। ਸੋ ਮੇਰੇ ਵੀਰੋ, ਮੈਂ ਨਹੀਂ ਕਹਿੰਦਾ ਕਿ ਕਿਸੇ ਅੱਜ ਇੱਕ ਦਿਨ ਨਾਲ ਹੀ ਇਹ ਬਿੱਲ ਵਾਪਸ ਲਿਆ ਜਾਣਾ, ਪਰ ਘਰ ਬੈਠਿਆਂ ਵੀ ਨਹੀਂ ਸਰਨਾ। ਚਾਹੇ ਤੁਸੀਂ ਕਿਸਾਨ ਦੇ ਪੁੱਤਰ ਹੋ, ਕਿਸਾਨ ਫੈਮਿਲੀ ਦੇ ਬੈਕਗ੍ਰਾਉਂਡ ਨਾਲ ਸੰਬੰਧ ਰੱਖਦੇ ਹੋ, ਨਹੀਂ ਰੱਖਦੇ ਹੋ, ਪਰ ਸਵੇਰ ਉੱਠ ਕੇ ਰੋਟੀ ਖਾਂਦੇ ਹੋ, ਬ੍ਰੈਡ ਖਾਂਦੇ ਹੋ, ਰਾਤ ਨੂੰ ਕੁਝ ਵੀ ਖਾਂਦੇ ਹੋ ਨਾ, ਤਾਂ ਸਿਰਫ ਤੇ ਸਿਰਫ ਉਹ ਕਿਸਾਨ ਜਿਹੜਾ ਮਿਹਨਤ ਕਰਦਾ ਉਹਦੇ ਤਹਿਤ ਖਾਂਦੇ ਹੋ। ਸੋ ਮੇਰਾ ਵੀਰ, ਇਹ ਮੈਂ ਹੱਥ ਜੋੜ ਕੇ ਦਰਖਾਸਤ ਕਰਦਾ ਹਾਂ ਕਿ ਦੁੱਖ ਹੁੰਦਾ ਹੈ। ਕਿਸੇ ਨੇ ਬਹੁਤ ਸੋਹਣੀ ਗੱਲ ਆਖੀ, ਜਦੋਂ ਅੱਜ ਦੇ ਦਿਨ ਤਾਂ ਦਿਲ ਖੁਸ਼ ਹੋਇਆ ਕਿ ਨੌਜਵਾਨ ਵੀ ਆਏ ਹਨ, ਪਰ ਪਿਛਲੇ ਹਫ਼ਤੇ 10 ਦਿਨ ਤੋਂ ਪ੍ਰਦਰਸ਼ਨਾਂ ਤੇ ਮੈਂ 70 80 ਸਾਲ ਦੇ ਆਪਣੇ ਬਜ਼ੁਰਗਾਂ ਨੂੰ ਵੇਖਦਾ ਹਾਂ ਤੇ ਦਿਲ ਬਹੁਤ ਦੁਖਦਾ ਹੈ। ਸੋ ਹੱਲਾ ਮਾਰੋ, ਬਜ਼ੁਰਗਾਂ ਨੂੰ ਕਹੋ ਕਿ ਤੁਸੀਂ ਬਹੁਤ ਪ੍ਰਦਰਸ਼ਨ ਕਰ ਲਿਆ, ਬਹੁਤ ਕੁਰਬਾਨੀਆਂ ਦੇ ਲਈਆਂ, ਘਰ ਬੈਠੋ, ਅਸੀਂ ਜਾਵਾਂਗੇ। ਸੋ ਮੇਰੇ ਵੀਰੋ, ਉੱਠੋ, ਇੱਥੋਂ ਦੀ ਨਾਰਾ ਮਾਰੋ, ਦਿੱਲੀ ਤੱਕ ਆਵਾਜ਼ ਜਾਏ। ਸੋ ਅਖੀਰ 'ਚ ਇਹੀ ਕਹਾਂ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸੀ ਸਾਡੇ ਨਾਲ ਮਨੀ ਕਾਲੋ, ਸੋ ਜਿਨ੍ਹਾਂ ਨੇ ਬਹੁਤ ਡੂੰਘੀਆਂ ਗੱਲਾਂ ਜਿਹੜੀਆਂ ਦੱਸੀਆਂ ਨੇ। ਸੇ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਸਰਕਾਰਾਂ ਦੇ, ਉਹ ਹਾਕਮਾਂ ਦੇ ਕੰਨੀ ਜੂੰ ਸਰਕਦੀ ਹੈ ਜਾਂ ਨਹੀਂ, ਕਿਉਂਕਿ ਪਹਿਲਾਂ ਇਹ ਇੱਕ ਸ਼ਾਇਰ ਨੇ ਕਿਹਾ ਹੀ ਸੀਗਾ ਕਿ ਜਦੋਂ ਕਿਸੇ ਦੀ ਜ਼ੁਬਾਨ ਬੰਦ ਕਰਨੀ ਹੋਵੇ, ਕਿਸੇ ਨੂੰ ਹੇਠਾਂ ਸੁੱਟਣਾ ਹੋਵੇ, ਤਾਂ ਉਹਦੀ ਭਾਸ਼ਾ ਖੋਹ ਲੈਣੀ ਚਾਹੀਦੀ, ਉਹਦੀ ਮਾਂ ਬੋਲੀ ਖੋਹ ਲੈਣੀ ਚਾਹੀਦੀ ਹੈ। ਸੋ ਸਾਡੇ ਸਾਰਿਆਂ ਦੇ ਲਈ ਬੜੀ ਇਹ ਖਤਰਨਾਕ ਚੀਜ਼ ਹੋ ਗਈ ਕਿ ਸਾਡੀ ਭਾਸ਼ਾ ਜਿਹੜੀ ਆ ਉਹ ਖੋਹ ਲਈ ਗਈ ਹੈ, ਸਾਨੂੰ ਭਾਸ਼ਾ ਤੋਂ ਵਾਂਝੇ ਕਰ ਦਿੱਤਾ ਗਿਆ। ਤੇ ਆਉਣ ਵਾਲੇ ਸਮੇਂ
ਸਮੇਂ ਦੇ ਵਿੱਚ ਜਿਨ੍ਹਾਂ ਨੂੰ ਅੰਨਦਾਤਾ ਕਿਹਾ ਜਾਂਦਾ ਸੀਗਾ, ਉਹ ਅੰਨਦਾਤਾ ਤੋਂ ਵੀ ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਖੋਹ ਲਈਆਂ ਗਈਆਂ ਨੇ। ਸੋ ਆਉਣ ਵਾਲਾ ਸਮਾਂ ਹੋਰ ਵੀ ਘਾਤਕ ਆਉਣ ਵਾਲਾ, ਕਿਹੋ ਜਿਹਾ ਹੋਏਗਾ ਕਿਹੋ ਜਿਹਾ ਨਹੀਂ ਹੋਏਗਾ। ਪਰ ਅੱਜ ਇਸ ਨੌਜਵਾਨ ਨੇ ਜਾਂ ਹੋਰ ਨੌਜਵਾਨ ਜਿਹੜੇ ਇੱਥੇ ਅੱਜ ਇਸ ਪ੍ਰਦਰਸ਼ਨ 'ਚ ਆਏ ਨੇ, ਇਹ ਹੱਲਾ ਮਾਰ ਰਹੇ ਨੇ। ਇਹ ਜ਼ਾਲਮ ਸਰਕਾਰਾਂ ਵਿਰੋਧ ਜਿਹੜਾ ਇਹਨਾਂ ਦਾ ਪ੍ਰਦਰਸ਼ਨ ਉਹ ਡਟ ਕੇ ਲੱਗਾ ਹੋਇਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਜੇ ਕੁਰਬਾਨੀਆਂ ਵੀ ਦੇਣੀਆਂ ਪਈਆਂ ਤਾਂ ਅਸੀਂ ਦੇਵਾਂਗੇ। ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਬਿੱਲ ਵਾਪਸ ਲਿਆ ਜਾਂਦਾ ਜਾਂ ਇਸੇ ਤਰ੍ਹਾਂ ਚੱਲਦਾ ਰਹੇਗਾ। ਸੋ ਇਸੇ ਦੇ ਨਾਲ ਮੈਨੂੰ ਕੀਰਤੀ ਤੇ ਕੈਮਰਾਮੈਨ ਸ਼ੁਭਮ ਗਿੱਲ ਨੂੰ ਦਿਓ ਇਜਾਜ਼ਤ। ਧੰਨਵਾਦ।